ਸਤਾ ਦੇ ਨਸ਼ੇ ਵਿੱਚ ਇੰਦਰਾ ਗਾਂਧੀ ਦੀ ਮਾਨਸਿਕਤਾ ਬਿਮਾਰ ਹੋ ਚੁੱਕੀ ਸੀ। ਉਸ ਦੀ ਕਰੋਧੀ ਅਤੇ ਹੰਕਾਰੀ ਬਿਰਤੀ ਕਾਰਨ ਉਸ ਅੰਦਰੋਂ ਮਨੁੱਖੀ ਲਗਾਓ ਮਰ ਚੁੱਕਾ ਸੀ। ਸਿੱਖ ਉਸ ਦੀ ਸੋਚ ਨੂੰ ਅਪਣਾਉਣ ਲਈ ਤਿਆਰ ਨਹੀਂ ਸਨ ਤੇ ਇਸੇ ਲਈ ਉਸ ਨੇ ਸਿੱਖਾਂ ਨਾਲ ਵੈਰ ਪਗਾਉਣ ਲਈ ਬਹਾਨੇ ਕਰਨੇ ਸ਼ੁਰੂ ਕਰ ਦਿੱਤੇ ਤੇ ਬਹਾਨਾ ਇਹ ਘੜਿਆ ਗਿਆ ਕਿ ਦਰਬਾਰ ਸਾਹਿਬ ਵਿੱਚ 34 ਅੱਤਵਾਦੀ ਲੁਕੇ ਹੋਏ ਨੇ। ਪਰ ਇਸ ਗਿਣਤੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਕਿਧਰੇ ਨਾਂ ਨਹੀਂ ਸੀ। ਉਸ ਨੇ ਵੱਡੀ ਪੱਧਰ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜੂਨ ਮਹੀਨੇ ਦੇ ਦਿਨ ਚੁਣੇ ਤੇ ਇਸ ਜੂਨ 84 ਅਣਚਿਤਵੇ ਕਹਿਰ ਨੇ ਸਿੱਖ ਕੌਮ ਦਾ ਜਾਨੀ ਮਾਲੀ ਭਾਰੀ ਨੁਕਸਾਨ ਕੀਤਾ। ਇਹ ਜਿਹੜੀਆਂ ਕੋਈ ਗਿਣਤੀਆਂ ਮਿਣਤੀਆਂ ਜਾਂ ਕੋਈ ਇਸ ਤਰ੍ਹਾਂ ਦੀਆਂ ਦਲੀਲਾਂ ਕਿ ਅੰਦਰ ਖਾੜਕੂ ਸੀ, ਅੰਦਰ ਆ ਸੀ, ਵਾਹ ਸੀ, ਇਹ ਤਾਂ ਘੜੀਆਂ ਕਹਾਣੀਆਂ ਹੁੰਦੀਆਂ ਨੇ। ਇੱਕ ਗੱਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਮਾਨਸਿਕ ਤੌਰ ਤੇ ਇਸ ਤਰ੍ਹਾਂ ਬਿਮਾਰ ਹੋਇਆ ਹੁੰਦਾ ਹੈ ਨਾ, ਉਹ ਸਮੇਂ ਦੇ ਕਿਸੇ ਵੀ ਪੜਾਅ 'ਤੇ ਹੋਵੇ, ਭਾਵੇਂ ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਭਾਵੇਂ ਉਹ ਨਾਦਰ ਸ਼ਾਹ ਹੋਵੇ, ਭਾਵੇਂ ਉਹ ਚੰਗੇਜ਼ ਖਾਂ ਹੋਵੇ, ਭਾਵੇਂ ਉਹ ਹਿਟਲਰ ਹੋਵੇ, ਸਟਾਲਿਨ ਹੋਵੇ, ਉਹਨਾਂ ਦੇ ਅੰਦਰ ਦੀਆਂ ਜਿਹੜੀਆਂ ਇਹ ਕ੍ਰੋਧੀ, ਹੰਕਾਰੀ, ਈਰਖਾਲੂ ਬਿਰਤੀਆਂ ਹੁੰਦੀਆਂ ਨਾ, ਇਹ ਇੰਨੀਆਂ ਬੇਸੰਜਮੀਆਂ ਹੋ ਚੁੱਕੀਆਂ ਹੁੰਦੀਆਂ ਕਿ ਉਹਨਾਂ ਲਈ ਇਨਸਾਨੀ ਕਦਰਾਂ ਕੀਮਤਾਂ, ਮਨੁੱਖਤਾ ਦੇ ਨਾਲ ਅੰਦਰ ਦਾ ਮਨੁੱਖੀ ਲਗਾਓ, ਇਹ ਬਹੁਤ ਹੱਦ ਤੱਕ ਮਰ ਚੁੱਕਿਆ ਹੁੰਦਾ। ਇੰਨੇ ਬੇਸੰਜਮੇ ਹੋ ਚੁੱਕੇ ਹੁੰਦੇ ਇਹਨਾਂ ਵਿਕਾਰੀ ਬਿਰਤੀਆਂ ਕਰਕੇ ਕਿ ਉਹ ਆਪਣੀ ਇਸ ਵਿਕਰਤ ਬਿਰਤੀ ਦਾ ਜਦੋਂ ਪ੍ਰਗਟਾਵਾ ਕਰਦੇ ਹਨ ਤਾਂ ਉਹਦੇ ਲਈ ਉਹਨਾਂ ਨੇ ਬਹਾਨੇ ਕੱਢਣੇ ਹੁੰਦੇ ਆ। ਜਦੋਂ ਮੱਸਾ ਰੰਗੜ ਨੇ ਹਰਿਮੰਦਰ ਸਾਹਿਬ ਦੇ ਵਿੱਚ ਨਸ਼ਿਆਂ ਦਾ ਤੇ ਨਾਚ ਗਾਣਿਆਂ ਦਾ ਦੌਰ ਚਲਾਇਆ ਕਿ ਉਹਨੂੰ ਨਹੀਂ ਸੀ ਪਤਾ ਕਿ ਇਹ ਕਿਸ ਤਰ੍ਹਾਂ ਦੀ ਪਾਕ ਪਵਿੱਤਰਤਾ ਥਾਂ ਹੈ। ਇੱਥੇ ਇਬਾਦਤ ਹੁੰਦੀ ਹੈ, ਅੱਲਾਹ ਤਾਲਾ ਦਾ ਨਾਮ ਲਿਆ ਜਾਂਦਾ ਹੈ। ਜਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਢਾਇਆ, ਸਰੋਵਰ ਪੂਰਿਆ, ਉਸ ਵੇਲੇ ਉਹਨੂੰ ਨਹੀਂ ਸੀ ਪਤਾ ਵੀ ਇਸ ਥਾਂ ਦੀ ਕੀ ਮਹੱਤਤਾ ਹੈ। ਪਰ ਨਹੀਂ, ਉਹ ਸਭ ਕੁਝ ਨਜ਼ਰਅੰਦਾਜ਼ ਹੋਇਆ ਤੇ ਉਸ ਨੇ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ। ਆਪਾਂ ਜਦੋਂ ਅੱਜ ਗੱਲ ਕਰਦੇ ਹਾਂ ਕਿ ਉਹਨਾਂ ਨੇ ਲਿਸਟ ਜਾਰੀ ਕੀਤੀ ਜਾਂ ਉਹਨਾਂ ਨੇ ਆਖਿਆ ਵੀ ਅੰਦਰ ਨੇ ਮੰਨ ਲਿਆ 34 ਨਹੀਂ ਹੋਣਗੇ, 3400 ਹੋਣਗੇ, ਫਲਾਣਾ ਫਲਾਣਾ ਫਲਾਣਾ, ਤੇ ਜਿਹੜੇ ਬਾਕੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹਨਾਂ ਨੇ ਹਮਲੇ ਕਰਕੇ ਤਬਾਹੀ ਮਚਾਈ, ਉਹਦੀ ਕੀ ਦਲੀਲ ਸੀ? ਉਹਦੇ ਪਿੱਛੇ ਕੀ ਉਹਨੂੰ ਜਸਟੀਫਾਈ ਕਿਵੇਂ ਕਰਦੇ, ਉਹਨੂੰ ਨਿਆਂਪੂਰਕ ਕਿਵੇਂ ਕਰਦੇ? ਇਹ ਨਹੀਂ ਗੱਲ ਹੁੰਦੀ। ਜ਼ਾਲਮ ਬਿਰਤੀ ਵਾਲਾ ਬੰਦਾ ਜਦੋਂ ਆਪਣੀ ਹੰਕਾਰੀ, ਈਰਖਾਲੂ, ਮੁਤਸਬੀ ਬਿਰਤੀ ਵਿੱਚ ਬੇਲਗਾਮ ਬੇਸੰਜਮਾ ਹੁੰਦਾ ਹੈ ਨਾ, ਤਾਂ ਉਸ ਵੇਲੇ ਉਹਦੇ ਉਸ ਬੇਸੰਜਮੇਪਣ ਦੀ, ਹੰਕਾਰੀ ਬਿਰਤੀ ਦੀ ਇੱਕੋ ਇੱਕ ਦਲੀਲ ਹੁੰਦੀ ਹੈ, ਜੋ ਮੈਂ ਸੋਚਦਾ, ਜੋ ਮੈਂ ਸੋਚਦੀ ਹਾਂ, ਜੋ ਮੈਂ ਕਰਨਾ ਹੈ, ਜੋ ਮੈਨੂੰ ਸੁਝਦਾ ਹੈ, ਉਹ ਠੀਕ ਹੈ, ਬਾਕੀ ਸਾਰਾ ਕੁਝ ਗਲਤ ਹੈ। ਜੇ ਤੇ ਮੇਰੇ ਨਾਲ ਸਹਿਮਤ ਹੋ ਕੇ ਕੋਈ ਚੱਲੇਗਾ ਤਾਂ ਤੇ ਠੀਕ ਹੈ, ਨਹੀਂ ਤੇ ਉਸ ਨੂੰ ਜਿਉਣ ਦਾ ਹੱਕ ਵੀ ਨਹੀਂ। ਇਹ ਸੋਚ ਅੱਜ ਕੋਈ ਪਹਿਲੀ ਵਾਰੀ ਨਹੀਂ ਸੀ ਹੋਈ 84 ਵਿੱਚ। ਇਹ ਇਸ ਤਰ੍ਹਾਂ ਦੀ ਸੋਚ ਤਾਂ ਪਹਿਲਾਂ ਵੀ ਬਹੁਤ ਵਾਰੀ ਹੁੰਦੀ ਰਹੀ ਹੈ। ਅੱਜ ਉਸ ਵੇਲੇ ਗੱਲ ਇਹ ਸੀ ਭਈ ਇੱਕ ਪੁਰਖੀ ਹਕੂਮਤਾਂ ਹੁੰਦੀਆਂ ਸੀਗੀਆਂ ਤੇ ਰਾਜੇ ਦੇ, ਬਾਦਸ਼ਾਹ ਦੇ ਅੰਦਰ ਜੋ ਚੱਲਦਾ ਸੀ ਇਹ ਤੇ ਡੈਮੋਕ੍ਰੈਟਿਕ ਸਿਸਟਮ, ਇੱਕ ਸੰਵਿਧਾਨ ਦੇ ਅਧੀਨ ਹਰ ਇੱਕ ਮਨੁੱਖ, ਹਿੰਦੁਸਤਾਨ ਦਾ ਜਿਹੜਾ ਨਾਗਰਿਕ, ਉਹਦੇ ਲਈ ਬਰਾਬਰ ਦੇ ਜਿਉਣ ਦੇ ਹੱਕ ਸੀ ਸੰਵਿਧਾਨ ਨੇ ਦਿੱਤੇ ਹੋਏ। ਹਰ ਇੱਕ ਨੂੰ ਆਪਣੇ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਜਿਉਣ ਦਾ ਹੱਕ, ਵਿਚਰਨ ਦਾ ਹੱਕ, ਨਿੱਜੀ ਤੌਰ ਤੇ, ਪਰਿਵਾਰਕ ਤੌਰ ਤੇ, ਕੌਮੀ ਤੌਰ ਤੇ ਸੰਵਿਧਾਨ ਨੇ ਦਿੱਤਾ ਹੈ। ਪਰ ਉਹਦੇ ਬਾਵਜੂਦ ਇਹ ਹੋਇਆ ਤਾਂ ਇਹਦੇ ਪਿੱਛੇ ਸੰਵਿਧਾਨ ਨੂੰ ਛਿੱਕੇ ਟੰਗਿਆ ਗਿਆ, ਇਨਸਾਨੀ ਕਦਰਾਂ ਕੀਮਤਾਂ ਨੂੰ ਪਿੱਛੇ ਟੰਗਿਆ ਗਿਆ। ਜੋ ਕੁਝ ਵੀ ਇਸ ਭਾਰਤ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਅਧਿਕਾਰਾਂ ਦਾ ਕੋਈ ਵਿਸਥਾਰ ਸੀ,
ਸੱਚ ਸੀ ਉਹ ਸਾਰੇ ਨੂੰ ਪੂਰਨ ਤੌਰ ਤੇ ਨਜ਼ਰਅੰਦਾਜ਼ ਕੀਤਾ ਗਿਆ। ਸੋ ਉਹਦੇ ਵਿੱਚੋਂ ਫਿਰ ਇਹ ਖੂਨੀ ਜਿਹੜਾ ਸਾਕਾ ਹੈ ਉਹ ਵਾਪਰਿਆ। ਉਸ ਨੂੰ ਜਿਸ ਤਰੀਕੇ ਨਾਲ ਮਰਜ਼ੀ ਇਹ ਦਲੀਲਾਂ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕਰਨ, ਜਾਂ ਜਿਸ ਨੇ ਇਹ ਕੀਤਾ ਉਹ ਮਲੀਨ ਰੂਹ ਨੇ ਕਿੱਦਾਂ ਸੋਚਿਆ ਹੋਵੇਗਾ। ਉਹਨੇ ਪਿਛਲੇ ਇਤਿਹਾਸ ਨੂੰ ਨਹੀਂ ਦੇਖਿਆ ਕਿ ਮੇਰੇ ਤੋਂ ਪਹਿਲਾਂ ਸ਼ਾਸਕ ਜਿਹੜੇ ਇੱਥੇ ਆਏ ਉਹਨਾਂ ਦੇ ਨਾਲ ਕੀ ਹਸ਼ਰ ਹੋ ਚੁੱਕਿਆ ਹੋਇਆ ਹੈ। ਮੈਨੂੰ ਮੁੜ ਕੇ ਇਹ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੇ ਨਤੀਜਿਆਂ ਦਾ ਭੁਗਤਾਨ ਕਰਨਾ ਪਏਗਾ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਬੰਦੇ ਨੇ ਉਸ ਨੂੰ ਇਹ ਇਤਿਹਾਸ ਦੇ ਪੰਨਿਆਂ ਦਾ ਸੱਚ ਨਹੀਂ ਦੱਸਿਆ, ਜਾਂ ਜੇ ਕਿਸੇ ਨੇ ਦੱਸਿਆ ਤੇ ਉਹਦੇ ਦਿਮਾਗ ਦੇ ਉੱਤੇ ਕੀ ਅਜੀਬੋ ਗਰੀਬ ਵਿਕਰਤ ਬਿਰਤੀ ਛਾਈ ਕਿ ਜੇ ਕਿਸੇ ਨੇ ਉਹਨੂੰ ਚੰਗੀ ਸਲਾਹ ਵੀ ਦਿੱਤੀ ਹੋਏਗੀ ਤੇ ਉਸ ਨੇ ਮੰਨਣ ਤੋਂ ਇੰਨਾ ਇਨਕਾਰ ਕਰਤਾ ਕਿ ਮੈਂ ਜੋ ਕੁਝ ਕਰਨ ਜਾ ਰਹੀ ਹਾਂ ਉਹ ਠੀਕ ਹੈ, ਨਤੀਜਿਆਂ ਦਾ ਉਸ ਨੇ ਬਿਲਕੁਲ ਹੀ ਅੰਦਾਜ਼ਾ ਨਹੀਂ ਲਿਆ ਤੇ ਉਹ ਨਤੀਜੇ ਫਿਰ ਸਾਹਮਣੇ ਆ। ਅੱਤ ਤੇ ਰੱਬ ਦਾ ਵੈਰ ਹੁੰਦਾ, ਆਖਰ ਨੂੰ ਉਹ ਆਪ ਇਸੇ ਹੀ ਜ਼ੁਲਮ ਦੀ ਬਲੀ ਚੜੀ। ਤੇ ਅੱਜ ਜਿੰਨਾ ਮਰਜ਼ੀ ਇਸ ਦੇ ਸੰਬੰਧ ਦੇ ਵਿੱਚ ਪ੍ਰਸ਼ਨ ਖੜੇ ਕੀਤੇ ਜਾਣ, ਉੱਤਰ ਦੇਣ ਦਾ ਯਤਨ ਕੀਤਾ ਜਾਵੇ, ਲੇਕਿਨ ਇੱਕੋ ਇੱਕ ਜੋ ਸੱਚ ਹੈ ਉਹ ਇਹ ਹੈ ਕਿ ਜਦੋਂ ਕਿਸੇ ਹੰਕਾਰੀ, ਕ੍ਰੋਧੀ, ਈਰਖਾਲੂ, ਮੁਤੱਸਵੀ, ਤੰਗ ਸੋਚਣੀ ਵਾਲੇ ਬੰਦੇ ਦੇ ਹੱਥ ਤਾਕਤ ਆਏਗੀ ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਜ਼ਾਲਮਾਨਾ ਫੈਸਲੇ ਜਾਂ ਕਰਮ ਨੇ ਉਹ ਕਰੇਗਾ। ਇਹ ਹੁੰਦਾ ਆਇਆ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਆਪਾਂ ਮਨੁੱਖਤਾ ਦੇ ਇਤਿਹਾਸ ਵੱਲ ਝਾਤੀ ਮਾਰਾਂਗੇ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਵਰਤਾਰੇ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਉਹਨਾਂ ਵਰਤਾਰਿਆਂ ਦੀ ਕੜੀ ਦੇ ਵਿੱਚ ਹੀ ਇਸ ਭਿਆਨਕ ਖੂਨੀ ਸਾਕੇ ਨੂੰ ਦੇਖਿਆ ਵਿਚਾਰਿਆ ਜਾ ਸਕਦਾ ਹੈ। ਬਹੁਤ ਕੁਝ ਅਣਕਿਹਾ ਰਹਿ ਗਿਆ। ਅੰਦਰ ਕੀ ਕੀ ਭਾਣੇ ਵਰਤੇ, ਕੌਣ ਕੌਣ ਸੀ ਅੰਦਰ, ਇਹ ਗਿਣਤੀਆਂ ਮਿਣਤੀਆਂ ਨੇ। ਜਿਹੜੇ ਉਹ ਖਾੜਕੂ ਸੀਗੇ ਜਿਨ੍ਹਾਂ ਨੂੰ ਇਹ ਅੱਤਵਾਦੀ ਫਲਾਣਾ 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 ਕਹਿੰਦੇ ਰਹੇ, ਉਹਨਾਂ ਦੀ ਗੱਲ ਪਾਸੇ ਛੱਡ ਦਿਓ। ਇਹ ਜਿਹੜਾ ਦਿਨ ਚੁਣਿਆ ਗਿਆ, ਸ਼ਹਾਦਤ ਦਾ ਦਿਨ ਚੁਣਿਆ ਗਿਆ, ਸੱਚੇ ਪਾਤਸ਼ਾਹ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਦੂਰ ਦੁਰਾਡੇ ਤੋਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਨੇ। ਉਹਨਾਂ ਸੰਗਤਾਂ ਦਾ ਕੀ, ਔਰ ਉਹਨਾਂ ਸੰਗਤਾਂ ਦੇ ਵਿੱਚ ਬਹੁਤ ਸਾਰੇ ਨਿਰਦੋਸ਼ ਬਜ਼ੁਰਗ, ਬੱਚੇ, ਬੀਬੀਆਂ ਉਹਦੇ ਸਿਰਫ ਤੇ ਸਿਰਫ ਚਰਨ ਧੂੜ ਲੈਣ ਵਾਸਤੇ ਉਸ ਸਥਾਨ ਤੇ ਆਏ। ਉਹਨਾਂ ਨੂੰ ਤੇ ਕਿਸੇ ਨਾਲ ਵੀ ਕੋਈ ਲਾਗਾ ਦੇਗਾ ਨਹੀਂ ਸੀ। ਉਹ ਤੇ ਨਿਹੱਥੇ ਸੀ, ਨਿਰਦੋਸ਼ ਸੀ, ਔਰ ਉਹਨਾਂ ਨੂੰ ਇਸ ਗੱਲ ਦੇ ਬਾਰੇ ਸੁਪਨਾ ਵੀ ਨਹੀਂ ਸੀ ਕਿ ਅਸੀਂ ਜਦੋਂ ਉੱਥੇ ਮਹਾਰਾਜ ਦੇ ਦਰ ਤੇ ਜਾਵਾਂਗੇ ਤੇ ਸਾਨੂੰ ਆਪਣੀ ਜ਼ਿੰਦਗੀ ਤੋਂ ਹੀ ਹੱਥ ਧੋਣੇ ਪੈਣਗੇ। ਉਹਨਾਂ ਨੇ ਇਹ ਸਾਰਾ ਕੁਝ ਜਦੋਂ ਅੰਦਰ ਭਾਣਾ ਵਰਤਿਆ ਹੋਣਾ ਹੈ ਅਚਨਚੇਤੀ, ਤਾਂ ਕੀ ਉਹਨਾਂ ਦੇ ਮਨਾਂ 'ਚ ਆਇਆ ਹੋਵੇਗਾ? ਉਹਨਾਂ ਦਾ ਕੀ ਕਸੂਰ ਸੀ? ਜਦੋਂ ਉਹ ਦਿਨ ਚੁੜਿਆ ਗਿਆ ਹੈ ਤਾਂ ਨਿਰਦੋਸ਼ਾਂ ਦਾ ਉਹਨਾਂ ਨੂੰ ਪਤਾ ਸੀ, ਤੇ ਜਦੋਂ ਨਿਰਦੋਸ਼ਾਂ ਦੇ ਉੱਤੇ ਇਹ ਹਥਿਆਰ ਚੁੱਕ ਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਤੇ ਉਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਕੰਮ ਕਰਦੀ ਹੋਈ? ਇਹ ਹੈ ਉਹ ਹੰਕਾਰੀ, ਮੁਤੱਸਬੀ, ਜ਼ਾਲਮਾਨਾ, ਬਿਮਾਰ ਮਾਨਸਿਕਤਾ ਜਿਹਦੇ ਵਿੱਚੋਂ ਇਹ ਨਿਰਦੋਸ਼ ਮਜ਼ਲੂਮਾਂ ਦਾ, ਬੱਚਿਆਂ, ਬਜ਼ੁਰਗਾਂ ਦਾ, ਬੀਬੀਆਂ ਦਾ ਕਤਲੇਆਮ ਕੀਤਾ ਗਿਆ, ਬਿਲਕੁਲ ਪਲੈਨਿੰਗ ਨਾਲ, ਸੋਚ ਸਮਝ ਕੇ, ਇੱਕ ਸਾਜ਼ਿਸ਼ੀ ਸੋਚ ਦੇ ਅਧੀਨ। ਜਦੋਂ ਉਹ ਨਿਰਦੋਸ਼ ਉੱਥੇ ਅੰਦਰ ਭੇਟ ਚੜ੍ਹੇ ਇਹਨਾਂ ਦੇ ਜ਼ੁਲਮ ਦੀ, ਤੇ ਸਾਰੇ ਕੋਈ ਉਹ ਸਿੱਖੀ ਤੇ ਨਹੀਂ ਸੀਗੇ, ਉਹਨਾਂ ਵਿੱਚ ਤੇ ਸ਼ਰਧਾਲੂ ਬੜੇ ਸੀਗੇ। ਜਦੋਂ ਦੂਸਰੇ ਗੁਰਦੁਆਰਿਆਂ ਦੇ ਵਿੱਚ ਹਮਲੇ ਕੀਤੇ ਗਏ, ਅੱਜ ਵੀ ਆਪਾਂ ਦੇਖ ਸਕਦੇ ਹਾਂ ਕਿ ਗੁਰਦੁਆਰਿਆਂ ਵਿੱਚ ਇਕੱਲੇ ਸਿੱਖ ਨਹੀਂ ਜਾਂਦੇ, ਉੱਥੇ ਅਣਗਿਣਤ ਜਿਹੜੇ ਨੇ ਉਹ ਗੈਰ ਸਿੱਖ ਵੀ ਦਰਸ਼ਨ ਕਰਨ ਆਉਂਦੇ ਨੇ। ਉਹਨਾਂ ਦਾ ਆਪਣਾ ਅਕੀਦਾ ਹੈ, ਆਪਣਾ ਵਿਸ਼ਵਾਸ ਹੈ, ਉਹਨਾਂ ਨੂੰ ਕਿਸੇ ਗੱਲ ਨਾਲ ਕੋਈ ਲਾਗਾ ਦੇਗਾ ਨਹੀਂ। ਤੇ ਇਹ ਜੋ ਕੁਝ ਉੱਥੇ ਕੀਤਾ ਗਿਆ, ਇਹ ਇਨਸਾਨੀ ਕਦਰਾਂ ਕੀਮਤਾਂ ਨੂੰ ਬਿਲਕੁਲ ਭੁਲਾ ਕੇ ਕੀਤਾ ਗਿਆ। ਉਹਨਾਂ ਨੇ ਕੋਈ ਨਹੀਂ ਦੇਖਿਆ, ਇਹਨਾਂ ਇਹ ਤੇ ਨਹੀਂ ਕੀਤਾ
ਭਈ ਇੱਥੇ ਜਿਹੜੇ ਹੁਣ ਹਿੰਦੂ ਆਏ ਹੋਏ ਨੇ ਉਹ ਪਾਸੇ ਕਰਤੇ ਜਾਣ, ਵੱਖਰੇ ਕਰਤੇ ਜਾਣ, ਸਿੱਖ ਇਕੱਠੇ ਜਿਹੜੇ ਹੈ ਉਹਨਾਂ ਨੂੰ ਇੱਕ ਪਾਸੇ ਕਰਕੇ ਮਾਰਤਾ ਜਾਵੇ। ਇਹ ਜੋ ਕੁਝ ਹੋਇਆ ਇਹ ਉਸ ਵਿਕਰਤ ਬਿਮਾਰ ਮਾਨਸਿਕਤਾ ਦਾ ਨਤੀਜਾ ਸੀ। ਇਹ ਜਿੱਥੇ ਵੀ ਇਸ ਤਰ੍ਹਾਂ ਦਾ ਭਾਣਾ ਵਰਤੇਗਾ ਉੱਥੇ ਧਰਮ ਨਹੀਂ ਦੇਖਿਆ ਜਾਏਗਾ, ਧਾਰਮਿਕ ਵਿਸ਼ਵਾਸ ਨਹੀਂ ਦੇਖਿਆ ਜਾਏਗਾ, ਉੱਥੇ ਤਾਂ ਸਿਰਫ ਮੁਤੱਸਬ ਦੇ ਅਧੀਨ ਮੇਰੇ ਅਨੁਸਾਰ ਨਹੀਂ ਜਿਉ ਰਹੇ। ਤੇ ਭਾਵੇਂ ਔਰੰਗਜ਼ੇਬ ਹੈ ਤੇ ਭਾਵੇਂ ਜਹਾਂਗੀਰ ਹੈ, ਉਹਨਾਂ ਨੇ ਇਹ ਕਰਨਾ ਹੀ ਕਰਨਾ ਹੈ। ਸੰਤਾਂ ਦੀ ਸਰਪ੍ਰਸਤੀ ਹੇਠ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਭਾਰਤੀ ਫੌਜ ਨਾਲ ਲੜੀ ਜਾ ਰਹੀ ਜੰਗ ਨੂੰ 2 ਘੰਟਿਆਂ ਦੀ ਥਾਂ 72 ਘੰਟਿਆਂ ਵਿੱਚ ਸਿੰਘਾਂ ਨੇ ਬਦਲ ਕੇ ਰੱਖ ਦਿੱਤਾ। ਜੰਗ ਦੌਰਾਨ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾ ਦਿੱਤਾ। ਉੱਥੇ ਤਾਂ ਸਰਬ ਕਲਾ ਸੰਪੂਰਨ ਦਸਮ ਪਿਤਾ ਆਪ ਮੌਜੂਦ ਸਨ, ਇੱਥੇ ਤਾਂ ਉਹਨਾਂ ਦਾ ਸਿੰਘ ਹੀ ਸੀ ਜਿਸ ਨੇ ਜ਼ਿੰਦਗੀ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਅਨੁਸਾਰ ਜਿਉਣ ਦਾ ਆਪਣੇ ਇਸ਼ਟ ਕੋਲੋਂ, ਆਪਣੇ ਮਹਾਂਪੁਰਖ ਕੋਲੋਂ, ਆਪਣੇ ਗੁਰੂ ਪੀਰ ਪੈਗੰਬਰ ਕੋਲੋਂ ਗਿਆਨ ਹਾਸਲ ਕਰ ਲਿਆ ਤੇ ਉਹਦੇ ਕੋਲੋਂ ਆਤਮਿਕ ਬਲ ਉਹਦੀ ਸੰਗਤ ਰਾਹੀਂ ਹਾਸਲ ਕਰ ਲਿਆ, ਤਾਂ ਉਸ ਨੂੰ ਜ਼ਿੰਦਗੀ ਦੇ ਅਰਥ ਸਰੀਰਾਂ ਦੇ ਪੱਧਰ ਤੇ ਸਰੀਰਾਂ ਦੇ ਸੁੱਖ ਹੰਡਾਉਣ ਦੇ ਨਹੀਂ ਸਮਝਾਉਂਦੇ ਹੁੰਦੇ। ਉਹ ਤੇ ਸੁਰਤੀਆਂ ਦੇ ਪੱਧਰ ਤੇ ਇੱਕ ਸਵੈਮਾਨ ਦੇ ਵਿੱਚ, ਇੱਕ ਬੇਪਰਵਾਹੀ ਵਿੱਚ, ਇੱਕ ਮਸਤੀ ਦੇ ਵਿੱਚ ਔਰ ਇੱਕ ਪਰਉਪਕਾਰੀ ਤਿਆਗੀ ਬਿਰਤੀ ਦੇ ਵਿੱਚ ਜਿਉਣਾ ਸਿੱਖ ਲੈਂਦੇ ਨੇ ਲੋਕ। ਤੇ ਉਹ ਭਾਵੇਂ ਕੋਈ ਵੀ ਹੋਵੇ, ਉਸ ਨੇ ਕਦੀ ਵੀ ਜ਼ੁਲਮ ਅੱਗੇ ਨਹੀਂ ਝੁਕਣਾ ਹੁੰਦਾ। ਜੇ ਔਰੰਗਜ਼ੇਬ ਨੇ ਸਰਮਦ ਵਰਗੇ ਮਹਾਨ ਸੂਫੀ ਫਕੀਰ ਨੂੰ, ਮੁਸਲਮਾਨ ਹੀ ਸੀ ਜਿਹੜਾ, ਉਸ ਨੂੰ ਤਸੀਹੇ ਦੇ ਕੇ ਖਤਮ ਕੀਤਾ, ਤੇ ਇਹਦੇ ਪਿੱਛੇ ਕਿਹੜੀ ਜਸਟੀਫਿਕੇਸ਼ਨ ਹੈ, ਕਿਹੜੀ ਦਲੀਲ ਹੈ? ਸਰਮਦ ਨੇ ਸਿਰ ਨਹੀਂ ਝੁਕਾਇਆ, ਹਾਲਾਂਕਿ ਉਹ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਮੁਰੀਦ ਸੀ ਤੇ ਔਰੰਗਜ਼ੇਬ ਵੀ। ਉਹਦਾ ਕੀ ਕਸੂਰ ਸੀ? ਇਹ ਗੱਲਾਂ ਜਿਹੜੀਆਂ ਨੇ ਨਾ, ਕੋਈ ਵੀ ਹੋਏਗਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਸਿੱਖ ਕਿਉਂ ਕਿਸੇ ਦੀ ਗੱਲ ਮੰਨੇ? ਗਲਤ। ਜੇ ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ, ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਧਾਰਮਿਕ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ, ਉਹਨਾਂ ਦੀ ਜ਼ਿੰਦਗੀ ਨੂੰ ਸਤਿਕਾਰਤ ਢੰਗ ਨਾਲ, ਸਵੈਮਾਨ ਦੇ ਢੰਗ ਨਾਲ ਜਿਉਣ ਦੇ ਲਈ ਸੰਘਰਸ਼ ਕੀਤੇ, ਕੁਰਬਾਨੀਆਂ ਦਿੱਤੀਆਂ, ਤੇ ਉਹ ਹੀ ਸਿੱਖਾਂ ਦੀ ਵਿਰਾਸਤ ਦੇ ਵਾਰਸ ਅੱਗੇ ਜਿਹੜੇ, ਉਹ ਕਿਸ ਤਰੀਕੇ ਨਾਲ ਸਮਝੌਤੇ ਕਰ ਸਕਦੇ? ਕਿਉਂ ਮੰਨਣ ਗੱਲ? ਜੇ ਪਹਿਲਾਂ ਨਹੀਂ ਮੰਨੀ, ਅਸੀਂ ਕਹਿੰਦੇ ਹਾਂ ਜਿਨ੍ਹਾਂ ਨੇ ਸਿੱਖੀ ਸਿਦਕ ਨਹੀਂ ਆ ਰਿਹਾ, ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤੇ ਉਹਨਾਂ ਦਾ ਇਤਿਹਾਸ ਅਸੀਂ ਦੁਹਰਾਉਂਦੇ ਕਹਿੰਦੇ ਹਾਂ, ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਜਿਹੜੇ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਉਹਨਾਂ ਦੀ ਕਮਾਈ ਦੇ ਵਾਰਸ ਬਣਨ, ਉਹ ਕਿਸ ਤਰੀਕੇ ਨਾਲ ਇਸ ਤਰੀਕੇ ਨਾਲ ਬੇਸੰਜਮੀ ਕਿਸੇ ਦੀ ਈਨ ਮੰਨ ਸਕਦੇ? ਜੇ ਕੋਈ ਪ੍ਰਧਾਨ ਮੰਤਰੀ ਬਣਦਾ, ਕੋਈ ਰਾਸ਼ਟਰਪਤੀ ਬਣਦਾ, ਕਦੋਂ ਸਿੱਖਾਂ ਨੇ ਕੋਈ ਇਤਰਾਜ਼ ਕੀਤਾ? ਸਿੱਖਾਂ ਨੂੰ ਤੇ ਇਤਰਾਜ਼ ਉਸ ਵੇਲੇ ਹੁੰਦਾ, ਸਤਿਪੁਰਸ਼ਾਂ ਨੂੰ ਇਤਰਾਜ਼ ਉਸ ਵੇਲੇ ਹੁੰਦਾ, ਜਾਗੇ ਹੋਏ ਮਨੁੱਖਾਂ ਨੂੰ ਇਤਰਾਜ਼ ਉਸ ਵੇਲੇ ਹੁੰਦਾ, ਜਿਹੜਾ ਜਦੋਂ ਤਾਕਤ ਦੇ ਵਾਲੀ ਕੁਰਸੀ ਤੇ ਬੈਠਾ ਕੋਈ ਬੰਦਾ ਜਿਹੜਾ ਹੈ, ਉਸ ਤਾਕਤ ਦਾ ਨਾਜਾਇਜ਼ ਫਾਇਦਾ ਉਠਾ ਕੇ ਆਪਣੇ ਹੰਕਾਰ, ਆਪਣੇ ਕ੍ਰੋਧ, ਆਪਣੀ ਈਰਖਾ ਦਾ, ਆਪਣੀ ਤੰਗ ਸੋਚਣੀ ਦਾ ਪ੍ਰਗਟਾਵਾ ਕਰਦਾ ਹੈ, ਤਾਂ ਫਿਰ ਉਹ ਸਮਾਂ ਕੋਈ ਵੀ ਹੋਵੇ, ਸਥਾਨ ਕੋਈ ਵੀ ਹੋਵੇ, ਉੱਥੇ ਉਸ ਸੱਚ ਦੇ ਪਾਂਦੀ ਨੇ ਸਰੀਰਾਂ ਦੀ ਜ਼ਿੰਦਗੀ ਨੂੰ ਨਹੀਂ ਦੇਖਣਾ ਹੁੰਦਾ, ਰੂਹਾਂ ਦੀ ਜ਼ਿੰਦਗੀ ਨੂੰ ਦੇਖਣਾ ਹੁੰਦਾ। ਉਹਦੇ ਲਈ ਫਿਰ ਆਪਣਾ ਸਰੀਰ ਜੇ ਲੇਖੇ ਲੱਗ ਜਾਏ ਤਾਂ ਉਸ ਨੂੰ ਇਹਦੇ ਵਿੱਚ ਕੋਈ ਭੈ ਨਹੀਂ ਆਉਂਦਾ, ਕੋਈ ਕਿਸੇ ਕਿਸਮ ਦੀ ਉਹਦੇ ਮਨ ਦੇ ਵਿੱਚ ਝਿਜਕ ਨਹੀਂ ਆਉਂਦੀ, ਕਿਉਂਕਿ ਆਪਣੇ ਇਸ਼ਟ ਦੇ, ਆਪਣੇ ਮਹਾਂਪੁਰਖ ਦੇ, ਗੁਰੂ ਪੀਰ ਪੈਗੰਬਰ ਦੇ ਦੱਸੇ ਹੋਏ ਰੂਹਾਨੀ ਗਿਆਨ ਦੇ ਨਾਲ ਉਹਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਦੇ ਗੁਣਾਂ ਨਾਲ, ਅਧਿਆਤਮਕਤਾ ਨਾਲ ਢਾਲ ਲਿਆ ਹੁੰਦਾ ਹੈ
ਕਿ ਆਤਮਿਕ ਤੌਰ ਤੇ ਉਹਨੂੰ ਜ਼ਿੰਦਗੀ ਦੇ ਤੇ ਮੌਤ ਦੇ ਅਰਥ ਇਸ ਤਰ੍ਹਾਂ ਸਮਝ ਆ ਜਾਂਦੇ ਹੈ ਕਿ ਆਤਮਿਕ ਭੋਜਨ ਛਕ ਲਿਆ ਹੈ, ਮਸਤੀ ਦੇ ਵਿੱਚ ਬਖਸ਼ਿਸ਼ ਦਾ ਪਾਤਰ ਬਣ ਕੇ ਜਿਉਣ ਦਾ ਸਵਾਦ ਲੈ ਲਿਆ ਹੈ। ਹੁਣ ਇਹ ਸਰੀਰਕ ਭਾਂਡਾ ਜਿਹਦੇ ਰਾਹੀਂ ਇਹ ਆਨੰਦ ਲਿਆ ਹੈ, ਇਸ ਦੇ ਨਾਲ ਕੁਝ ਵੀ ਵਾਪਰ ਜਾਏ ਕੋਈ ਗੱਲ ਨਹੀਂ, ਉਹ ਆਨੰਦ ਨਹੀਂ ਗਵਾਚਣਾ ਚਾਹੀਦਾ, ਉਹ ਰਸ ਨਹੀਂ ਗਵਾਚਣਾ ਚਾਹੀਦਾ। ਹੁਣ ਅਗਿਆਨੀ ਮਨੁੱਖਾਂ ਨੂੰ, ਜ਼ਾਲਮ ਮਨੁੱਖਾਂ ਨੂੰ, ਸਰੀਰਾਂ ਦੇ ਪੱਧਰ ਤੇ, ਚਮੜੀ ਦੇ ਸੁੱਖਾਂ ਦੇ ਪੱਧਰ ਤੇ ਜੀਉਣ ਵਾਲਿਆਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਇਸ ਕਰਕੇ ਉਹ ਜਦੋਂ ਵੀ ਇਹ ਤੇ ਸਧਾਰਨ ਬੰਦਾ ਹੋਵੇ ਉਹਨੇ ਜੀਵੀ ਜਾਣਾ ਹੁੰਦਾ ਹੈ, ਪਰ ਜਦੋਂ ਕੋਈ ਇਹੋ ਜਿਹਾ ਬੰਦਾ ਤਾਕਤ ਪਕੜ ਲਵੇ ਨਾ, ਫਿਰ ਇਹ ਮਨੁੱਖਤਾ ਦਾ ਕਾਣ ਹੋਣਾ ਹੀ ਹੁੰਦਾ ਹੈ। ਤੇ ਉਹ ਜਦੋਂ ਮਨੁੱਖਤਾ ਦਾ ਕਾਣ ਕਰਦਾ ਹੈ ਤੇ ਫਿਰ ਭਾਵੇਂ ਮੱਸਾ ਰੰਗੜ ਹੋਵੇ, ਤੇ ਭਾਵੇਂ ਅਹਿਮਦ ਸ਼ਾਹ ਅਬਦਾਲੀ ਹੋਵੇ, ਤੇ ਭਾਵੇਂ ਇੰਦਰਾ ਹੋਵੇ, ਤੇ ਭਾਵੇਂ ਸਟਾਲਨ ਹੋਵੇ, ਅੰਤ ਉਸ ਦਾ ਜਿਹੜਾ ਨਾ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਦੇ ਤਾਈਆਂ ਭਾਰਤੀ ਫੌਜਾਂ ਨੇ ਸਿੱਖਾਂ ਅਤੇ ਉਹਨਾਂ ਦੇ ਅਕੀਦੇ ਅਕਾਲ ਤਖਤ ਸਾਹਿਬ ਨੂੰ ਤਬਾਹ ਕੀਤਾ ਤੇ ਮੁੜ ਉਸੇ ਤਖਤ ਨੂੰ ਹਕੂਮਤ ਵੱਲੋਂ ਉਸਾਰ ਕੇ ਸਿੱਖ ਕੌਮ ਨਾਲ ਹਮਦਰਦੀ ਜਤਾਈ ਗਈ। ਇਹ ਇੱਕ ਡੂੰਘੀ ਸਿਆਸੀ ਚਾਲ ਸੀ। ਅੰਦਰ ਆਪਣਾ ਹੀ ਪਾਪ ਜਦੋਂ ਉਹਨਾਂ ਦੀ ਰੂਹ ਨੂੰ ਕੰਬਾਉਣ ਲੱਗਿਆ, ਦੇਖਿਆ ਵੀ ਹੁਣ ਇਹ ਜਿਹੜੀ ਕੌਮ ਅੱਜ ਜਿਹਦੇ ਨਾਲ ਅਸੀਂ ਇਹ ਜ਼ਿਆਦਤੀ ਕੀਤੀ, ਧੱਕਾ ਕੀਤਾ, ਉਹਦੇ ਅੰਦਰ ਰੋਸ ਵੀ ਹੈ ਤੇ ਉਹਦੇ ਅੰਦਰ ਸੋਗ ਵੀ ਹੈ। ਉਸ ਭਿਆਨਕ ਰੋਸ ਨੂੰ ਦੇਖਦਿਆਂ ਮੈਨੂੰ ਲੱਗਿਆ ਕਿ ਸ਼ਾਇਦ ਜੇ ਅਸੀਂ ਇਹ ਦੁਬਾਰਾ ਬਣਾ ਦਿਆਂਗੇ, ਉਹ ਪੁਰਾਣੀ ਯਾਦ ਦੇ ਲੋਕ ਭੁੱਲ ਜਾਣਗੇ ਤੇ ਅਸੀਂ ਦਲੀਲਾਂ ਘੜ ਸਕਾਂਗੇ ਆਪਣੀ ਜਸਟੀਫਿਕੇਸ਼ਨ, ਆਪਣੀ ਸਫਾਈ ਦੇਣ ਵਾਸਤੇ ਕਿ ਦੇਖੋ ਉਹਦੇ ਜ਼ੁਲਮ ਨੂੰ ਰੋਕਣ ਵਾਸਤੇ ਅਸੀਂ ਤੇ ਇਹਨਾਂ ਨੂੰ ਅੱਤਵਾਦੀਆਂ ਨੂੰ ਕਰਨ ਵਾਸਤੇ ਕੀਤਾ ਸੀ, ਉਹਦੇ ਵਿੱਚ ਇਹ ਹੋ ਗਿਆ ਤੇ ਅਸੀਂ ਦੇਖੋ ਇਸ ਨੂੰ ਦੁਬਾਰਾ ਬਣਾਤਾ ਹੈ। ਹੁਣ ਇਸ ਗੱਲ ਨੂੰ ਭੁੱਲ ਜਾਇਆ ਜਾਵੇ, ਉਸੇ ਤਰ੍ਹਾਂ ਹੀ ਸਤਸੰਗ ਹੋਣ, ਉਸੇ ਤਰ੍ਹਾਂ ਹੀ ਤੁਸੀਂ ਆਓ ਜਾਓ, ਕੋਈ ਗੱਲ। ਉਹਨਾਂ ਨੇ ਇਸ ਭਰਮ ਦੇ ਅਧੀਨ ਕਿ ਸ਼ਾਇਦ ਇੱਦਾਂ ਬਣਾ ਕੇ ਅਸੀਂ ਸਿੱਖਾਂ ਦੇ ਦੁਖੀ ਜ਼ਖਮੀ ਹਿਰਦਿਆਂ ਨੂੰ ਸ਼ਾਂਤ ਕਰ ਦਿਆਂਗੇ, ਇਸ ਭੁਲੇਖੇ 'ਚ ਉਹਨਾਂ ਨੇ ਬਣਾਇਆ। ਪਰ ਇਹ ਕਿਉਂਕਿ ਇੱਕ ਭੁਲੇਖਾ ਹੀ ਸੀ, ਕੌਮ ਦੀ ਮਾਨਸਿਕਤਾ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ। ਭਈ ਤੁਸੀਂ ਹੀ ਜ਼ੁਲਮ ਕਰੋ ਤੇ ਤੁਸੀਂ ਹੀ ਆਪਣੇ ਜ਼ੁਲਮ ਨੂੰ ਜਸਟੀਫਾਈ ਕਰਨ ਵਾਸਤੇ, ਨਿਆਂਪੂਰਵਕ ਕਰਨ ਵਾਸਤੇ ਫਿਰ ਇਸ ਤਰ੍ਹਾਂ ਦੀਆਂ ਚੁਸਤੀਆਂ ਚਲਾਕੀਆਂ ਕਰੋ। ਕੀ ਗੱਲ, ਮਨੁੱਖ ਦੇ ਅੰਦਰ ਪਰਮਾਤਮਾ ਦੀ ਕੋਈ ਖੇਡ ਨਹੀਂ ਵਾਪਰਦੀ? ਇੰਨਾ ਹੀ ਅਸੀਂ ਮਨੁੱਖ ਨੂੰ ਮੂਰਖ ਸਮਝ ਲੈਂਦੇ ਹਾਂ ਕਿ ਠੀਕ ਹੈ, ਅਸੀਂ ਜੋ ਵੀ ਕਰੀਏ ਉਸੇ ਤਰੀਕੇ ਨਾਲ ਹੀ ਗਲਤ ਠੀਕ ਨੂੰ ਇਹ ਪ੍ਰਵਾਨ ਕਰ ਲੈਣਗੇ। ਉਹਦਾ ਨਤੀਜਾ ਦੇਖਿਆ ਸਾਹਮਣੇ ਕਿ ਉਹਨਾਂ ਨੇ ਭਾਵੇਂ ਕਰੋੜਾਂ ਰੁਪਏ ਲਾਏ, ਕੀ ਕੀਤਾ, ਜੋ ਵੀ ਕੀਤਾ, ਜਿਹਦੇ ਰਾਹੀਂ ਵੀ ਕਰਵਾਇਆ, ਵਿੱਚੋਂ ਹੀ ਉਹਨਾਂ ਨੇ ਮੌਕਾ ਪ੍ਰਸਤ ਖੁਦਗਰਜ਼ ਚੁਣ ਕੇ ਉਹਨਾਂ ਨੂੰ ਅੱਗੇ ਲਾ ਕੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੌਮ ਦੀ ਮਾਨਸਿਕਤਾ ਨੇ ਨਹੀਂ ਪ੍ਰਵਾਨ ਕੀਤਾ। ਫਿਰ ਕੌਮ ਦੀ ਹੀ ਖੂਨ ਪਸੀਨੇ ਦੀ ਤਿਲ ਫੁੱਲ ਕਮਾਈ ਦੇ ਨਾਲ ਉਹਨਾਂ ਗੁਰਸਿੱਖਾਂ ਨੇ ਹੀ ਅਰਦਾਸਾਂ ਕਰਕੇ ਆਪਣੇ ਸਿਰਾਂ ਤੇ ਟੋਕਰੀਆਂ ਢੋ ਕੇ ਆਪਣੇ ਗੁਰੂ ਦਾ ਅਸਥਾਨ ਬਣਾ ਲਿਆ। ਅਸਥਾਨ ਕਿਸੇ ਦੇ ਢੱਠਿਆਂ ਨਹੀਂ ਢੱਠਦੇ ਹੁੰਦੇ, ਕਿਉਂਕਿ ਅਸਥਾਨ ਤਾਂ ਪਿਆਰ ਕਰਨ ਵਾਲਿਆਂ ਦੇ ਹਿਰਦਿਆਂ ਵਿੱਚ ਹੁੰਦੇ ਆ, ਸੁਰਤੀਆਂ 'ਚ ਹੁੰਦੇ ਆ, ਉਹ ਨਹੀਂ ਢੱਠਦੇ ਹੁੰਦੇ। ਸੁੱਖਾ ਸਿੰਘ, ਮਹਿਤਾਬ ਸਿੰਘ ਆਉਂਦੇ ਰਹਿੰਦੇ ਨੇ ਤੇ ਇਹ ਖੇਡਾਂ ਵਾਪਰਦੀਆਂ ਰਹਿੰਦੀਆਂ। ਜੂਨ 1984 ਚ ਤਬਾਹ ਹੋਏ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਨੁਕਸਾਨੀਆਂ ਗਈਆਂ ਹੋਰ ਇਮਾਰਤਾਂ ਦੀਆਂ ਮੁੜ ਉਸਾਰੀਆਂ ਕਰ ਦਿੱਤੀਆਂ ਗਈਆਂ, ਪਰ ਇਹਨਾਂ ਨੂੰ ਤਬਾਹੀ ਦੀ ਸ਼ਕਲ ਵਿੱਚ ਹੀ ਸਾਂਭਿਆ ਜਾਣਾ ਚਾਹੀਦਾ ਸੀ, ਜਿਵੇਂ ਜਲਿਆਂਵਾਲੇ ਬਾਗ ਵਿਚਲੀਆਂ ਨਿਸ਼ਾਨੀਆਂ ਨੂੰ ਸਾਂਭਿਆ ਗਿਆ ਹੈ। ਅਸੀਂ ਉਸ ਅਸਥਾਨ ਨੂੰ, ਅਕਾਲ ਤਖਤ ਸਾਹਿਬ ਨੂੰ, ਨਵੀਂ ਇਮਾਰਤ ਦਾ ਫਿਰ ਰੂਪ ਦੇ ਲਿਆ, ਨਵਾਂ ਢਾਂਚਾ ਖੜਾ ਹੋ ਗਿਆ। ਹਰਿਮੰਦਰ ਸਾਹਿਬ ਨੂੰ ਅਸੀਂ ਫਿਰ ਸੋਹਣਾ ਰੂਪ ਦੇ ਲਿਆ, ਠੀਕ ਹੈ। ਲੇਕਿਨ ਹੋਰ ਬਹੁਤ ਸਾਰੀਆਂ ਜਗ੍ਹਾ ਐਸੀਆਂ ਸੀ ਜਿੱਥੇ ਅਸੀਂ ਇਸ ਅਣਹੋਣੇ ਭਿਆਨਕ ਜ਼ੁਲਮ ਦੇ ਸਾਕੇ ਨੂੰ ਯਾਦਗਾਰੀ ਰੂਪ ਦੇ ਸਕਦੇ ਸੀ।
ਚਿੰਨ੍ਹਾਤਮਕ ਤੌਰ ਤੇ ਸੀ। ਹਰਿਮੰਦਰ ਸਾਹਿਬ ਦੇ ਬਿਲਕੁਲ ਲਾਗੇ ਜਲਿਆਂਵਾਲਾ ਬਾਗ ਹੈ, ਉੱਥੇ ਲੱਗੀਆਂ ਹੋਈਆਂ ਅਣਗਿਣਤ ਗੋਲੀਆਂ ਦੇ ਨਿਸ਼ਾਨ ਉਹ ਅੱਜ ਵੀ ਸੰਭਾਲੇ ਪਏ ਹੈ। ਉੱਥੇ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਲਾਟ ਵੀ ਬਣ ਗਈ, ਹੋਰ ਬਹੁਤ ਵਧੀਆ ਬਰਾਂਡੇ ਬਣ ਗਏ, ਵਧੀਆ ਪੱਥਰ ਲੱਗ ਗਏ, ਸਭ ਕੁਛ ਹੈ। ਲੇਕਿਨ ਉਹ ਖੂਹ, ਉੱਥੇ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਅੱਜ ਤੱਕ ਵੀ ਕਾਇਮ ਨੇ। ਉਹ ਉਨੀ ਕੁ ਜਗ੍ਹਾ ਉਹਨਾਂ ਨੇ ਸੰਭਾਲ ਕੇ ਰੱਖੀ, ਇੱਥੇ ਕਿਉਂ ਨਹੀਂ ਸੀ ਸੰਭਾਲ ਕੇ ਰੱਖੀ ਜਾ ਸਕਦੀ? ਜੂਨ 1984 ਵਿੱਚ ਦਰਬਾਰ ਸਾਹਿਬ ਤੇ ਹਮਲੇ ਵੇਲੇ ਭਾਰਤੀ ਹਕੂਮਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਵਰਾਈਆਂ ਗੋਲੀਆਂ ਨੇ ਪਵਿੱਤਰ ਸਰੂਪ ਦੇ ਅੰਗਾਂ ਨੂੰ ਵਿੰਨ ਕੇ ਰੱਖ ਦਿੱਤਾ। ਸਰੂਪ ਦੇ ਪਾਵਨ ਅੰਗਾਂ ਨੂੰ ਸੰਵਾਰਿਆ ਜਾ ਰਿਹਾ ਹੈ। ਇਹ ਜਿਹੜੇ ਕਰ ਰਹੇ ਨੇ ਉਹਨਾਂ ਦੀ ਸੋਚ ਕਿਸ ਤਰੀਕੇ ਦੀ ਹੈ? ਉਹਨਾਂ ਦੀਆਂ ਆਪਣੀਆਂ ਦਲੀਲਾਂ, ਆਪਣੀਆਂ ਹੀ ਸਫਾਈਆਂ ਹੋਣਗੀਆਂ, ਉਹ ਕਿਉਂਕਿ ਉਹਨਾਂ ਦੇ ਰਾਹੀਂ ਇਹ ਹੋ ਰਿਹਾ ਤੇ ਉਹ ਸਮਝਦੇ ਨੇ ਕਿ ਇਸ ਤਰੀਕੇ ਨਾਲ ਕਰਨਾ ਚਾਹੀਦਾ। ਦੇਖੋ, ਗੱਲ ਇਹ ਹੈ ਭਈ ਮਹਾਰਾਜ ਦੇ ਸਰੂਪ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਸਿੱਖਾਂ ਨੇ ਮਹਾਰਾਜ ਦੇ ਵੇਲੇ ਵੀ ਤਿਆਰ ਕੀਤੇ ਸੀ, ਹੱਥੀਂ ਲਿਖ ਕੇ ਤਿਆਰ ਕੀਤੇ ਸੀ। ਉਹ ਤੋਂ ਬਾਅਦ ਗੁਰਸਿੱਖਾਂ ਨੂੰ ਜੰਗਲਾਂ ਵਿੱਚ ਰਹਿਣਾ ਪਿਆ। ਉਸ ਵੇਲੇ ਵੀ ਜਿਹੜੇ ਗੁਰਸਿੱਖ ਸੀਗੇ ਉਹ ਭਾਵੇਂ ਦੂਰ ਦੁਰਾਡੇ ਬੈਠੇ, ਉਹਨਾਂ ਨੇ ਹੱਥ ਨਾਲ ਲਿਖੇ ਸਰੂਪ ਲਿਖਦੇ ਜਾਂਦੇ ਰਹੇ। ਪਰ ਜਿਹੜੇ ਲਿਖੇ ਜਾਂਦੇ ਰਹੇ ਉਹ ਬਿਰਧ ਵੀ ਹੁੰਦੇ ਰਹੇ, ਉਹਨਾਂ ਦਾ ਕਾਗਜ਼ ਪੁਰਾਣਾ ਹੁੰਦਾ ਗਿਆ, ਸਿਆਹੀ ਪੁਰਾਣੀ ਹੁੰਦੀ ਗਈ, ਬਹੁਤ ਕੁਛ ਹੋਇਆ। ਮੈਂ ਵੀ 17 ਸਾਲ ਲਾ ਕੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਬਿਰਧ ਸਰੂਪਾਂ ਦੇ ਜਿੱਥੇ ਜਿੱਥੇ ਮੈਨੂੰ ਪਤਾ ਲੱਗਿਆ, ਦਿੰਦਾ ਤੇ ਕੋਈ ਹੈ ਨਹੀਂ ਸੀ, ਡਿਜੀਟਲ ਫੋਟੋਗ੍ਰਾਫੀ ਕਰਕੇ ਉਹਨਾਂ ਨੂੰ ਹਾਰਡ ਡਿਸਕ ਵਿੱਚ ਸੰਭਾਲਣ ਦਾ ਕਾਰਜ ਕੀਤਾ। ਬੜੇ ਦੁਰਲੱਭ ਸਰੂਪ ਨੇ ਸਦਾ ਵਾਸਤੇ ਨਹੀਂ ਰਹਿਣਾ, ਉਹ ਰਿਪੇਅਰ ਵੀ ਕਰ ਲੈਣਗੇ। ਆਖਰ ਤਾਂ ਉਸ ਕਾਗਜ਼ ਦੀ ਸਿਆਹੀ ਦੀ ਕੋਈ ਕੀਮਤ ਹੈ। ਜੇ ਉਸ ਨੂੰ ਅਸੀਂ ਪ੍ਰੀਜ਼ਰਵ ਹੀ ਕਰਨਾ ਸੀ, ਬੜੀਆਂ ਅੱਜ ਕੱਲ੍ਹ ਟੈਕਨੀਕਸ ਆ ਗਈਆਂ ਨੇ ਪ੍ਰੀਜ਼ਰਵ ਕਰਕੇ, ਪਾਠ ਤੇ ਉਹ ਤਾਂ ਹੋ ਨਹੀਂ ਸਕਣਾ, ਪਰ ਉਹ ਇੱਕ ਸਾਡੇ ਕੋਲ ਭਿਆਨਕ ਸਾਕੇ ਨਾਲ ਜੁੜੀ ਹੋਈ ਯਾਦਗਾਰ। ਪਰ ਮੈਂ ਫਿਰ ਕਹਾਂ ਕਿ ਨਨਕਾਣਾ ਸਾਹਿਬ ਵਾਲੀ ਸ਼ਹੀਦੀ ਬੀੜ ਜਿਹੜੀ ਹੈ ਉਹ ਵੀ ਪਈ ਹੈ, ਉਸ ਤੇ ਵੀ ਦਰਸ਼ਨ ਕੀਤੇ। ਅਕਾਲ ਤਖਤ ਸਾਹਿਬ ਦੀ ਸੇਵਾ ਵੇਲੇ ਡਿਜੀਟਲ ਫੋਟੋਗ੍ਰਾਫੀ ਹੋਈ, ਇਸ ਬੀੜ ਦੀ ਵੀ ਹੋਈ। ਉਹਨਾਂ ਨੇ ਆਪਣੇ ਤਰੀਕੇ ਨਾਲ ਇਹਦੀ ਦਲੀਲ ਦੇਣੀ ਹੈ, ਇਹਦੀ ਬੇਅਦਬ ਹੋਈ, ਜ਼ਖਮੀ ਹੈ, ਤੈਨੂੰ ਠੀਕ ਕਰਕੇ ਇਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਨੇ ਦਲੀਲਾਂ। ਪਰ ਦੂਜਾ ਪੱਖ ਇਹ ਵੀ ਹੈ ਕਿ ਯਾਦਗਾਰਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਆਦਰ ਸਤਿਕਾਰ ਸਹਿਤ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹੀਆਂ ਮਨੁੱਖੀ ਜਿਆਸਤੀਆਂ ਦੇ ਪ੍ਰਤੀ ਜਾਗਰੂਕ ਕਰਨਾ ਵੀ ਉਨਾ ਹੀ ਲਾਜ਼ਮੀ ਹੁੰਦਾ ਹੈ, ਤਾਂ ਕਿ ਜ਼ਿੰਦਗੀ ਦੇ ਇਸ ਪ੍ਰਵਾਹ ਦੇ ਵਿੱਚ, ਸਮੇਂ ਦੇ ਕਿਸੇ ਮੋੜ ਤੇ ਵੀ, ਕਾਲ ਚੱਕਰ ਵਿੱਚ, ਇਸ ਧਰਤੀ ਤੇ ਕਿਸੇ ਵੀ ਟੁਕੜੇ ਤੇ ਇਸ ਤਰ੍ਹਾਂ ਦੇ ਜ਼ਾਲਮਾਨਾ ਕਰਤਬਾਂ ਦਾ ਮੁੜ ਕੇ ਵਰਤਾਰਾ ਨਾ ਵਾਪਰੇ। ਇਹਦੇ ਲਈ ਮਨੁੱਖਤਾ ਨੂੰ ਸੁਚੇਤ ਕਰਕੇ ਚੰਗਿਆਂ ਬੰਦਿਆਂ ਨੂੰ ਅੱਗੇ ਲਿਆਉਣ ਲਈ ਸੁਚੇਤ ਕਰਨਾ, ਇਹ ਵੀ ਤੇ ਇੱਕ ਇਸ ਮਨੁੱਖੀ ਸਮਾਜ ਦੀ ਸਵੈਮਾਨ ਤੇ ਆਨੰਦਮਈ ਜ਼ਿੰਦਗੀ ਦੇ ਲਈ ਇੱਕ ਜ਼ਰੂਰੀ ਪਹਿਲੂ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਗੁਰੂ ਕਾਲ ਤੋਂ ਸਿੱਖ ਕੌਮ ਦਾ ਦੁਰਲੱਭ ਇਤਿਹਾਸ ਲੁੱਟਣ ਤੋਂ ਬਾਅਦ ਲਾਇਬ੍ਰੇਰੀ ਦੀ ਇਮਾਰਤ ਨੂੰ ਅੱਗ ਲਾ ਦਿੱਤੀ ਗਈ। ਇਤਿਹਾਸ ਕਿਸੇ ਵੀ ਕੌਮ ਦਾ ਗੌਰਵਮਈ ਸਰਮਾਇਆ ਹੁੰਦਾ ਹੈ, ਉਸ ਤੋਂ ਕੌਮਾਂ ਸੇਧ ਲੈਂਦੀਆਂ ਨੇ। ਇਤਿਹਾਸ ਇੱਦਾਂ ਖਤਮ ਨਹੀਂ ਹੁੰਦੇ। ਇਸ ਇਤਿਹਾਸ ਸਿਰਜਣ ਵਾਲੇ ਜਿਹੜੇ ਹੁੰਦੇ ਆ ਨਾ, ਉਹ ਜਿਸ ਸੱਚ ਨਾਲ, ਜਿਸ ਪਵਿੱਤਰ ਸੋਚ ਨਾਲ
जुड़े ਹੁੰਦੇ ਨੇ ਨਾ, ਉਹ ਜਿੰਨਾ ਚਿਰ ਤੱਕ ਉਹ ਪਵਿੱਤਰ ਸਿਧਾਂਤ, ਪਵਿੱਤਰ ਜੀਵਨ ਜੁਗਤ ਹੈਗੀ ਹੈ ਤੇ ਉਹਦੇ ਮੰਨਣ ਵਾਲੇ ਹੈਗੇ ਹੈ, ਇਤਿਹਾਸ ਬਾਰ-ਬਾਰ ਸਿਰਜਿਆ ਜਾਂਦਾ ਹੁੰਦਾ ਹੈ ਔਰ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਮੈਂ ਤੇ ਤੁਹਾਨੂੰ ਹੁਣੇ ਇਹੀ ਗੱਲ ਕਹਿ ਰਿਹਾ ਸੀ ਕਿ ਜ਼ਾਲਮ ਆਉਂਦੇ ਰਹੇ ਨੇ, ਨਿਰਦੋਸ਼ਾਂ ਦੇ ਉੱਤੇ ਜ਼ੁਲਮ ਕਰਦੇ ਰਹੇ ਨੇ, ਪਰ ਉਹਨਾਂ ਦੇ ਜ਼ੁਲਮ ਨੂੰ ਠੱਲ ਪਾਉਣ ਵਾਲੇ ਮਹਾਂਪੁਰਸ਼ ਵੀ ਜਿਹੜੇ ਨੇ, ਮਰਜੀਵੜੇ ਵੀ ਜਿਹੜੇ ਨੇ, ਉਹ ਵੀ ਆਉਂਦੇ ਰਹੇ ਨੇ। ਇਸੇ ਤਰੀਕੇ ਨਾਲ ਹੀ ਜ਼ੁਲਮ ਹੁੰਦਾ ਰਿਹਾ, ਮਜ਼ਲੂਮ ਮਾਰੇ ਜਾਂਦੇ ਰਹੇ, ਪਰ ਉਹਨਾਂ ਜ਼ਾਲਮਾਂ ਨੂੰ ਸੋਧਾ ਲਾਉਣ ਵਾਲੇ ਜਿਹੜੇ ਨੇ ਉਹ ਵੀ ਉੱਠਦੇ ਰਹੇ ਨੇ। ਉਹ ਧਰਤੀ ਦੇ ਕਿਸੇ ਵੀ ਟੁਕੜੇ ਤੇ ਇਸ ਤਰ੍ਹਾਂ ਹੋਇਆ ਹੈ ਤੇ ਉਸ ਜ਼ੁਲਮ ਕਰਨ ਵਾਲੇ ਦਾ ਅੰਤ ਵੀ ਜਿਹੜਾ ਹੈ ਉਹ ਭਿਆਨਕ ਹੀ ਹੁੰਦਾ ਰਿਹਾ ਹੈ। ਇਹ ਕਿਉਂ ਹੁੰਦਾ ਹੈ, ਕਦੋਂ ਤੱਕ ਇਹ ਹੁੰਦਾ ਰਹੇਗਾ, ਇਹ ਪ੍ਰਸ਼ਨ ਐਸੇ ਹੁੰਦੇ ਨੇ ਜਿਨ੍ਹਾਂ ਦਾ 2 ਦੂਣੀ 4 ਵਾਂਗ ਉੱਤਰ ਨਹੀਂ ਦਿੱਤਾ ਜਾ ਸਕਦਾ ਹੁੰਦਾ। ਇਹ ਗੱਲ ਕਹਿ ਲਈਏ ਕਿ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਖਤਮ ਕਰਕੇ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਤਿਹਾਸ ਇੱਦਾਂ ਖਤਮ ਹੁੰਦੇ ਨੇ। ਜਿਸ ਦਿਨ ਅੱਜ ਹੁਣ ਮੈਂ ਦੁਨੀਆ ਦੇ ਵਿੱਚ ਮਹਾਰਾਜ ਦੇ ਸ਼ਬਦ ਦਾ ਸਦਕਾ ਇੰਟਰਫੇਥ ਕਾਨਫਰੰਸਿਸ ਕਰਕੇ ਘੁੰਮਿਆ, ਦੁਨੀਆ ਦੇ ਕੌਮਾਂ ਦੇ ਇਤਿਹਾਸ ਮਿਊਜ਼ੀਅਮ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ ਸਾਂਭੇ ਪਏ ਨੇ। ਉਹਨਾਂ ਦੀ ਆਪਣੀ ਤਰੱਕੀ ਦੇ ਇਤਿਹਾਸ ਵੀ ਸਾਂਭੇ ਗਏ ਨੇ, ਉਹਨਾਂ ਦੇ ਸੰਘਰਸ਼ ਦੇ ਇਤਿਹਾਸ ਵੀ ਸਾਂਭੇ ਗਏ ਨੇ ਤੇ ਉਹਨਾਂ ਦੇ ਉੱਤੇ ਜ਼ਿਆਦਤੀਆਂ ਕਰਨ ਵਾਲੇ ਭਿਆਨਕ ਹਾਕਮਾਂ ਦੇ ਜ਼ੁਲਮਾਂ ਦੀ ਦਾਸਤਾਨ ਵੀ ਉੱਥੇ ਪਈ ਹੈ। ਭਾਵੇਂ ਉਹ ਯਹੂਦੀਆਂ ਦੇ ਹੈ, ਭਾਵੇਂ ਉਹ ਮੈਂ ਸਿਓਲ ਗਿਆ 6-7 ਵਾਰੀ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਕੋਰੀਅਨ ਕੌਮ ਦੇ ਲੋਕਾਂ 'ਤੇ ਜੋ ਜ਼ਿਆਦਤੀਆਂ ਹੋਈਆਂ, ਜਾਪਾਨੀਆਂ ਨੇ, ਚੀਨੀਆਂ ਨੇ ਕੀਤੀਆਂ, ਜੋ ਭਿਆਨਕ ਜ਼ੁਲਮ ਉਹਨਾਂ 'ਤੇ ਕੀਤੇ, ਉਹਨਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ। ਉਹ ਆਪਣੇ ਮਿਊਜ਼ੀਅਮ ਦੇ ਵਿੱਚ, ਅਜਾਇਬ ਘਰਾਂ 'ਚ ਉਹਨਾਂ ਨੇ ਸੰਭਾਲਿਆ ਪਿਆ, ਉਹ ਦੇਖ ਕੇ ਦੰਗ ਹੋ ਜਾਂਦਾ, ਡਹਿਲ ਜਾਂਦਾ ਬੰਦਾ। ਇਸ ਤਰ੍ਹਾਂ ਦੇ ਭਿਆਨਕ ਜ਼ਾਲਮ ਲੋਕ ਇਸ ਸੰਸਾਰ 'ਚ ਹੁੰਦੇ ਰਹੇ ਨੇ। ਚਲੇ ਗਏ ਉਹ ਵੀ, ਜਿਨ੍ਹਾਂ 'ਤੇ ਜ਼ੁਲਮ ਹੋਇਆ ਉਹ ਵੀ ਚਲੇ ਗਏ। ਜਿਨ੍ਹਾਂ ਨੇ ਉਸ ਜ਼ੁਲਮ ਨੂੰ ਰੋਕਣ ਲਈ ਆਪਣੀਆਂ ਅਹੂਤੀਆਂ ਦਿੱਤੀਆਂ ਉਹ ਵੀ ਚਲੇ ਗਏ। ਪਰ ਕਿਵੇਂ ਨਾ ਕਿਵੇਂ ਇਤਿਹਾਸ ਤੇ ਅੱਜ ਵੀ ਜ਼ਿੰਦਾ ਹੈ ਤੇ ਉਹ ਜ਼ਿੰਦਾ ਰਹਿਣਾ ਹੈ। ਇਤਿਹਾਸ ਲੱਭਣ ਵਾਲਿਆਂ ਨੇ ਇਤਿਹਾਸ ਲੱਭ ਲੈਣਾ ਹੁੰਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਫੇਰੇ ਵਰਤਾਰੇ ਵਰਤਦੇ ਰਹਿੰਦੇ ਹੁੰਦੇ ਆ। ਇਤਿਹਾਸ ਇੱਦਾਂ ਨਹੀਂ ਖਤਮ ਹੁੰਦੇ ਕਦੀ ਵੀ, ਤੇ ਸਿੱਖ ਕੌਮ ਦਾ ਇਤਿਹਾਸ ਵੀ ਇਹ ਕਦੀ ਖਤਮ ਨਹੀਂ ਹੋਣਾ। 4 ਕਿਤਾਬਾਂ ਨੂੰ ਜੇ ਅਸੀਂ ਕਹੀਏ ਵੀ ਉਹਨਾਂ ਨੇ ਇਹ ਸੋਚ ਕੇ ਵੀ ਇਹ ਕਿਤਾਬਾਂ ਖਤਮ ਕਰ ਦਿਆਂਗੇ, ਜੇ ਸਰੂਪ ਸਾੜ ਦਿਆਂਗੇ ਤੇ ਸ਼ਾਇਦ ਇਹ ਇਤਿਹਾਸ ਖਤਮ ਹੋ ਜਾਏਗਾ। ਇਤਿਹਾਸ ਸਿਰਜਣ ਵਾਲੇ ਜਿੰਨਾ ਚਿਰ ਹੈਗੇ ਨੇ ਨਾ, ਤੇ ਜਿੰਨਾ ਚਿਰ ਤੱਕ ਇਹ ਅਰਦਾਸਾਂ ਚੱਲਦੀਆਂ ਰਹਿਣੀਆਂ ਨੇ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤਾਂ ਉਹ ਕਮਾਈਆਂ ਦਾ ਜਿੰਨਾ ਚਿਰ ਤੱਕ ਧਿਆਨ ਧਰਿਆ ਜਾਂਦਾ ਰਹਿਣਾ ਹੈ ਤੇ ਅੱਗੋਂ ਉਸ ਕਮਾਈ ਦਾ ਧਿਆਨ ਧਰਦਿਆਂ ਉਸ ਤਰ੍ਹਾਂ ਦੀ ਰੂਹਾਨੀ ਕਮਾਈ ਕਰਨ ਵਾਲੇ ਤਿਆਗੀ ਪਰਉਪਕਾਰੀ ਨਾਮ ਰਸੀਏ ਪੈਦਾ ਹੁੰਦੇ ਰਹਿਣੇ ਨੇ। ਤਾਂ ਇਹ ਇਤਿਹਾਸ ਇੱਦਾਂ ਹੀ ਸਿਰਜਿਆ ਜਾਂਦਾ ਰਹੇਗਾ।